ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੁਕਾਈ ਦੀਆਂ ਚੀਸਾਂ ਤੇ ਗਹਿਰੇ ਦਰਦ ਨੂੰ ਮਹਿਸੂਸ ਕਰਦਿਆਂ ਮਨੁੱਖਤਾ ਦੇ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਦੁਨੀਆ ਅੰਦਰ ਪਈਆਂ ਹੋਈਆਂ ਵਿਥਾਂ ਨੂੰ ਮੇਟਣ ਲਈ ਆਪਣਾ ਜੀਵਨ ਸਮਰਪਿਤ ਕੀਤਾ, ਉੱਥੇ ਇੱਕ ਹੋਰ ਪਹਿਲੂ ਬੜਾ ਖਾਸ ਮਹੱਤਵ ਰੱਖਦਾ ਹੈ, ਜਿਸ ਨੂੰ ਸਤਿਗੁਰੂ ਨੇ ਆਪ ਸਿੱਧ ਗੋਸ਼ਟ ਬਾਣੀ ਅੰਦਰ ਬਿਆਨ ਕਰਦਿਆਂ ਆਖਿਆ, ਗੁਰਮੁਖ ਖੋਜਤ ਭਏ ਉਦਾਸੀ। ਭਾਵ ਆਪਣੇ ਵਰਗੇ ਉੱਚੇ ਸੁੱਚੇ ਕਿਰਦਾਰਾਂ ਵਾਲੇ ਸੰਗੀ ਸਾਥੀਆਂ ਦੀ ਖੋਜ ਕਰਨੀ, ਜੋ ਸਮਾਜ ਵਿੱਚ ਗੁਲਾਮ ਮਾਨਸਿਕਤਾ ਨੂੰ ਦੂਰ ਕਰਨ ਲਈ ਅਥਾਹ ਯਤਨ ਕਰਦੇ ਰਹੇ ਸਨ। ਆਦਿ ਗ੍ਰੰਥ ਦੀ ਸੰਪਾਦਨਾ ਵੇਲੇ ਜਿਨ੍ਹਾਂ ਮਹਾਂਪੁਰਖਾਂ ਆਤਮਦਰਸ਼ੀ ਭਗਤਾਂ ਰੱਬੀ ਰੂਹਾਂ ਦੀ ਬਾਣੀ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਪੋਥੀ ਸਾਹਿਬ ਵਿੱਚ ਦਰਜ ਕੀਤਾ, ਇਸ ਦਾ ਸਿਹਰਾ ਵੀ ਸਤਿਗੁਰੂ ਨਾਨਕ ਸਾਹਿਬ ਜੀ ਦੇ ਸਿਰ ਤੇ ਵੱਜਦਾ ਹੈ। ਉਹਨਾਂ ਦੇ ਦੂਰ ਦੁਰਾਡੇ ਹਨੇਰੇ ਅਤੇ ਖਤਰਨਾਕ ਪੰਧ ਨੂੰ ਤੈਅ ਕਰਕੇ ਹੀ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕਰਨਾ ਇੱਕ ਸੂਰਮਤਾਈ ਦੀ ਮਿਸਾਲ ਪੇਸ਼ ਕਰਦਾ ਹੈ। ਉੱਤਰ ਪ੍ਰਦੇਸ਼ ਵਿੱਚ ਜ਼ਿਲ੍ਹਾ ਬਸਤੀ ਦੀ ਤਹਿਸੀਲ ਖਲੀਲਾਬਾਦ ਦਾ ਇੱਕ ਨਗਰ ਹੈ ਮਗਹਰ। ਉਸ ਨਗਰ ਦੇ ਆਸ-ਪਾਸ ਦੀ ਧਰਤੀ ਨੂੰ ਮਗਹਰ ਹੀ ਆਖਦੇ ਹਨ। ਮਗਹਰ ਗੰਗਾ ਤੋਂ ਪਰਲੇ ਪਾਸੇ ਅਯੋਧਿਆ ਤੋਂ 60 ਕੁ ਮੀਲ ਪੂਰਬ ਵੱਲ ਹੈ। ਕੁਝ ਹਿੰਦੂਆਂ ਦਾ ਨਿਸ਼ਚਾ ਹੈ ਕਿ ਜੋ ਮਨੁੱਖ ਮਗਹਰ ਵਿੱਚ ਮਰਦਾ ਹੈ ਉਹ ਖੋਤੇ ਦੀ ਜੂਨੇ ਪੈਂਦਾ ਹੈ, ਪਰ ਕਾਂਸ਼ੀ ਵਿੱਚ ਮਰਨ ਵਾਲਾ ਮੁਕਤ ਹੋ ਜਾਂਦਾ ਹੈ। ਕਾਂਸ਼ੀ ਸ਼ਿਵ ਦੀ ਨਗਰੀ ਹੈ ਅਤੇ ਮਗਹਰ ਗਣੇਸ਼ ਦੀ। ਮਗਹਰ ਨੂੰ ਸ਼ਿਵ ਦਾ ਸ਼ਰਾਪ ਮਿਲਿਆ ਦੱਸਿਆ ਜਾਂਦਾ ਹੈ। ਭਗਤ ਕਬੀਰ ਜੀ, ਜੋ ਅਜਿਹੇ ਧਰਮ ਪਖੰਡਾਂ ਦਾ ਪਾਜ ਬੜੀ ਨਿਰਭੈਤਾ ਨਾਲ ਨਸ਼ਰ ਕਰਦੇ ਸਨ, ਕਾਂਸ਼ੀ ਵਿੱਚ ਪੈਦਾ ਹੋਏ ਸਨ। ਬ੍ਰਾਹਮਣ ਆਪਣੇ ਆਪ ਨੂੰ ਸਭ ਤੋਂ ਉੱਚੀ ਜਾਤ ਦਾ ਆਖਦੇ ਅਖਵਾਉਂਦੇ ਹਨ, ਪਰ ਕਬੀਰ ਜੀ ਨੇ ਵੱਜ ਵਜਾ ਕੇ ਆਖ ਦਿੱਤਾ ਕਿ ਜੇ ਤੁਸੀਂ ਸੱਚਮੁੱਚ ਬੜੀ ਉੱਚੀ ਜਾਤ ਵਿੱਚੋਂ ਹੋ ਤਾਂ ਉਸੇ ਰਸਤੇ ਕਿਉਂ ਜੰਮਦੇ ਹੋ ਜਿਸ ਰਸਤੇ ਬਾਕੀ ਲੋਕ ਜੰਮਦੇ ਹਨ। ਕਾਂਸ਼ੀ ਦੀ ਉੱਚਤਾ ਬਾਰੇ ਵੀ ਆਖਿਆ ਕਿ ਵਿਕਾਰੀ ਬੰਦਾ ਕਾਂਸ਼ੀ ਵਿੱਚ ਮਰ ਕੇ ਨਰਕ ਤੋਂ ਨਹੀਂ ਬਚ ਸਕਦਾ, ਤੇ ਜੇ ਪਰਮਾਤਮਾ ਦਾ ਕੋਈ ਪਿਆਰਾ ਮਗਹਰ ਵਿੱਚ ਪ੍ਰਾਣ ਤਿਆਗੇ ਤਾਂ ਉਹ ਸਗੋਂ ਉੱਥੋਂ ਦੇ ਹੋਰ ਅਨੇਕਾਂ ਬੰਦਿਆਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। ਇਸ ਦਾ ਜ਼ਿਕਰ ਕਰਦਿਆਂ ਆਪ ਜੀ ਬਾਣੀ ਵਿੱਚ ਆਖਦੇ ਹਨ, ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉੱਠ ਆਇਆ। ਬਹੁਤ ਬਰਸ ਤਪ ਕੀਆ ਕਾਂਸ਼ੀ, ਮਰਨ ਭਇਆ ਮਗਹਰ ਕੀ ਬਾਸੀ। ਕਾਂਸ਼ੀ ਮਗਹਰ ਸੰਭੀ ਚਾਰੀ, ਓਸ਼ੀ ਭਗਤ ਕੈਸੇ ਉਤਰਸ ਪਾਰੀ। ਕਾਂਸ਼ੀ ਤੇ ਮਗਹਰ ਇੱਕੋ ਜਿਹੀਆਂ ਧਰਤੀਆਂ ਹਨ। ਨਿਬੇੜਾ ਹੁੰਦਾ ਹੈ ਮਨੁੱਖ ਦੇ ਆਪਣੇ ਕਰਮਾਂ ਉੱਤੇ। ਬ੍ਰਾਹਮਣਾਂ ਦਾ ਪਾਜ ਖੋਲ੍ਹਣ ਲਈ ਕਬੀਰ ਜੀ ਆਖਰੀ ਉਮਰੇ ਮਗਹਰ ਵਿੱਚ ਹੀ ਵਸੇ ਰਹੇ। ਕਾਂਸ਼ੀ ਦੇ ਲੋਕਾਂ ਬਥੇਰਾ ਵਰਜਿਆ, ਪਰ ਕਬੀਰ ਜੀ ਨੇ ਨਿਸ਼ਚੇ ਨਾਲ ਇਹ ਪ੍ਰਚਾਰ ਕੀਤਾ ਕਿ ਕਾਂਸ਼ੀ ਤੇ ਮਗਹਰ ਇੱਕੋ ਜਿਹੀਆਂ ਧਰਤੀਆਂ ਹਨ। ਕਬੀਰ ਜੀ ਦਾ ਸੰਬੰਧ ਬਨਾਰਸ ਵਿੱਚ ਇੱਕ ਗਰੀਬ ਹਿੰਦੂ ਜੁਲਾਹੇ ਦੇ ਨਾਲ ਸੀ, ਅਤੇ ਬ੍ਰਾਹਮਣਾਂ ਦੇ ਧਰਮ ਸ਼ਾਸਤਰ ਅਨੁਸਾਰ ਜੁਲਾਹੇ ਹੋਣ ਕਰਕੇ ਸ਼ੂਦਰ ਅਖਵਾਉਂਦੇ ਸਨ। ਗਰੀਬ ਹੁੰਦਿਆਂ ਵੀ ਕਬੀਰ ਜੀ ਆਪਣੀ ਰੋਸ਼ਨ ਦਿਮਾਗੀ ਦੇ ਕਾਰਨ ਉੱਚ ਕੋਟੀ ਦੇ ਵਿਦਵਾਨ ਬਣ ਗਏ। ਬ੍ਰਾਹਮਣਾਂ ਦੇ ਕਰਮਕਾਂਡ ਨੂੰ ਉਹਨਾਂ ਖੂਬ ਚੰਗੀ ਤਰ੍ਹਾਂ ਸਮਝਿਆ ਅਤੇ ਭੋਲੇ ਭਾਲੇ ਹਿੰਦੂਆਂ ਨੂੰ ਉਸ ਦੇ ਅਸਰ ਹੇਠੋਂ ਕੱਢਣ ਦੇ ਯਤਨ ਕੀਤੇ। ਇਸ ਉਪਦੇਸ਼ ਨਾਲ ਬ੍ਰਾਹਮਣਾਂ ਦੀ ਰੋਜ਼ੀ ਨੂੰ ਧੱਕਾ ਵੱਜਦਾ ਸੀ। ਕਬੀਰ ਜੀ ਦੀ ਹਯਾਤੀ ਵਿੱਚ ਉਹ ਲੋਕ ਇੱਕ ਆਖ ਕੇ ਕਬੀਰ ਜੀ ਦੇ ਪ੍ਰਚਾਰ ਦਾ ਅਸਰ ਘਟਾਉਣ ਦਾ ਯਤਨ ਕਰਦੇ ਰਹੇ ਕਿ ਆਖਰ ਹੈ ਤਾਂ ਉਹ ਸ਼ੂਦਰ ਹੀ, ਕੰਗਾਲ ਜੁਲਾਹੇ ਹੀ। ਇਹ ਕੀ ਸਮਝ ਸਕਦਾ ਹੈ ਸ਼ਾਸਤਰਾਂ ਦੇ ਉੱਚੇ ਸੁੱਚੇ ਸਿਧਾਂਤਾਂ ਨੂੰ। ਭਗਤ ਕਬੀਰ ਸਾਹਿਬ ਜੀ ਸ਼੍ਰੋਮਣੀ ਭਗਤ ਸਨ, ਤੇ ਇਤਨੇ ਵੱਡੇ ਸ਼ੇਰ ਮਰਦ ਦੀ ਕਦਰ ਗੁਰੂ ਨਾਨਕ ਦੇਵ ਜੀ ਦੇ ਹਿਰਦੇ ਵਿੱਚ ਕਿਵੇਂ ਨਾ ਹੁੰਦੀ। ਗੁਰੂ ਨਾਨਕ ਦੇਵ ਜੀ ਵੀ ਉਹੀ ਉੱਦਮ ਕਰਨ ਲਈ ਘਰ ਦੇ ਸੁੱਖ ਕੁਰਬਾਨ ਕਰਕੇ ਤੁਰੇ ਸਨ, ਜੋ ਉੱਦਮ
ਕਬੀਰ ਜੀ ਸਾਰੀ ਉਮਰ ਕਰਦੇ ਰਹੇ। ਕਬੀਰ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਿਸ ਨੂੰ ਪੜ੍ਹਿਆਂ ਇਹ ਪਤਾ ਲੱਗਦਾ ਹੈ ਕਿ ਕਿਤਨੇ ਤਿੱਖੇ ਹਮਲੇ ਬ੍ਰਾਹਮਣਾਂ ਦੇ ਭਰਮਗੜ੍ਹ ਉੱਤੇ ਕਬੀਰ ਸਾਹਿਬ ਜੀ ਨੇ ਸ਼ੇਰਾਂ ਤੇ ਮਰਦਾਂ ਵਾਂਗ ਸਿੱਧੀ ਟੱਕਰ ਲੈਂਦਿਆਂ ਹੋਇਆਂ ਕੀਤੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਕਬੀਰ ਜੀ ਦੀ ਸਾਰੀ ਬਾਣੀ ਦਾ ਉਤਾਰਾ ਕਰ ਲਿਆ ਅਤੇ ਆਪਣੇ ਪਾਸ ਸਾਂਭ ਲਿਆ। ਇਹ ਕੁਦਰਤੀ ਗੱਲ ਸੀ ਕਿ ਆਪਣੇ ਹਮ ਖਿਆਲ ਸ਼ੇਰ ਮਰਦ ਦੀ ਗਰਜ਼ ਸ਼ੇਰ ਮਰਦ ਨੂੰ ਪਿਆਰੀ ਲੱਗੇ। ਇਸੇ ਲੜੀ ਤਹਿਤ ਭਗਤ ਰਵਿਦਾਸ ਜੀ ਦਾ ਨਾਮ ਵੀ ਸ਼ਾਮਲ ਹੈ। ਭਗਤ ਰਵਿਦਾਸ ਜੀ ਬਨਾਰਸ ਦੇ ਹੀ ਰਹਿਣ ਵਾਲੇ ਸਨ। ਇਹਨਾਂ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਭਗਤ ਰਵਿਦਾਸ ਜੀ ਜਾਤ ਦੇ ਚਮਾਰ ਸਨ। ਬ੍ਰਾਹਮਣਾਂ ਦੀਆਂ ਨਜ਼ਰਾਂ ਵਿੱਚ ਅਤ ਨੀਵੇਂ ਦਰਜੇ ਦੇ ਸ਼ੂਦਰ। ਸਦੀਆਂ ਤੋਂ ਉੱਚ ਜਾਤੀਏ ਲੋਕਾਂ ਵੱਲੋਂ ਧਰਮ ਦੀ ਓਟ ਵਿੱਚ ਸ਼ੂਦਰਾਂ ਉੱਤੇ ਅਤਿਆਚਾਰ ਹੁੰਦੇ ਚੱਲੇ ਆ ਰਹੇ ਸਨ, ਜਿਨ੍ਹਾਂ ਤੋਂ ਤੰਗ ਆ ਕੇ ਭਾਰਤ ਦੇ ਕਰੋੜਾਂ ਸ਼ੂਦਰ ਮੁਸਲਮਾਨ ਬਣ ਗਏ ਸਨ। ਪਰ ਗਰੀਬ ਜਦ ਤੱਕ ਆਪਣੇ ਪੈਰਾਂ ਉੱਤੇ ਆਪ ਖਲੋਣ ਦਾ ਹੌਸਲਾ ਨਹੀਂ ਕਰਦੇ, ਤਦ ਤੱਕ ਉਹਨਾਂ ਨੂੰ ਹਰ ਥਾਂ ਧੱਕੇ ਹੀ ਪੈਂਦੇ ਰਹਿੰਦੇ ਹਨ। ਭਗਤ ਕਬੀਰ ਜੀ ਤੇ ਰਵਿਦਾਸ ਜੀ ਨੇ ਆਪਣੇ ਜਾਤ ਭਰਾਵਾਂ ਨੂੰ ਮੁਸਲਮਾਨ ਹੋਣੋਂ ਵਰਜਿਆ। ਉੱਚ ਜਾਤੀਏ ਲੋਕਾਂ ਦੇ ਅਤਿਆਚਾਰਾਂ ਦਾ ਟਾਕਰਾ ਕਰਨ ਲਈ ਹੱਲਾਸ਼ੇਰੀ ਦਿੱਤੀ। ਰਵਿਦਾਸ ਜੀ ਕਬੀਰ ਜੀ ਦੇ ਸਮਕਾਲੀ ਸਨ। ਜਿਵੇਂ ਕਬੀਰ ਜੀ ਨੇ ਬ੍ਰਾਹਮਣਾਂ ਨੂੰ ਵੰਗਾਰਿਆ ਸੀ ਕਿ ਤੁਸੀਂ ਕਿਵੇਂ ਬ੍ਰਾਹਮਣ ਹੋ ਤੇ ਅਸੀਂ ਕਿਵੇਂ ਸ਼ੂਦਰ ਹਾਂ। ਕੀ ਤੁਹਾਡੇ ਤੇ ਸਾਡੇ ਖੂਨ ਵਿੱਚ ਜਾਂ ਸਰੀਰ ਵਿੱਚ ਪਰਮਾਤਮਾ ਨੇ ਕਿਸੇ ਤਰ੍ਹਾਂ ਦਾ ਭੇਦਭਾਵ ਕੀਤਾ ਹੈ? ਉਸੇ ਤਰ੍ਹਾਂ ਹੀ ਭਗਤ ਰਵਿਦਾਸ ਜੀ ਨੇ ਵੀ ਸ਼ੇਰਾਂ ਵਾਂਗ ਗੱਜ ਕੇ ਆਖਿਆ, ਤੁਸੀਂ ਮੈਨੂੰ ਚਮਾਰ ਚਮਾਰ ਸੱਦਦੇ ਹੋ ਤੇ ਤੁਸੀਂ ਕੌਣ ਹੋ? ਜਿਵੇਂ ਚਮਾਰ ਜੁੱਤੀ ਨੂੰ ਗੰਢਦਾ ਹੈ, ਤਿਵੇਂ ਤੁਸੀਂ ਲੱਭ ਲੋਭ ਦੇ ਅਧੀਨ ਹੋ ਕੇ ਸਦਾ ਇਸ ਸਰੀਰ ਜੁੱਤੀ ਨੂੰ ਗਾਂਢੇ ਤਰੋਪੇ ਲਾਉਂਦੇ ਰਹਿੰਦੇ ਹੋ। ਹੁਣ ਅਸਲ ਵਿੱਚ ਤੁਸੀਂ ਹੀ ਚਮਾਰ ਹੋ। ਮੇਰਾ ਤਾਂ ਜਨਮ ਚਮਾਰਾਂ ਦੇ ਘਰ ਹੈ, ਪਰ ਤੁਹਾਡੇ ਕਰਮ ਚਮਾਰਾਂ ਵਾਲੇ ਹਨ। ਆਪ ਜੀ ਬਾਣੀ ਵਿੱਚ ਆਖਦੇ ਹਨ, ਚਮਰਟਾ ਗਾਂਠ ਨ ਜਨਈ, ਲੋਕ ਗੰਠਾਵੇ ਪਨਹੀ, ਆਰ ਨਹੀਂ ਜੇ ਤੋਪੋ, ਨਹੀਂ ਰਾਂਬੀ ਠਾਉ ਰੋਪੋ। ਰਵਿਦਾਸ ਜੀ ਨੇ ਉਸੇ ਧਾਰਮਿਕ ਅਤਿਆਚਾਰ ਦਾ ਟਾਕਰਾ ਕੀਤਾ, ਜਿਸ ਦੇ ਦਬਾਅ ਹੇਠੋਂ ਭਾਰਤ ਵਾਸੀਆਂ ਨੂੰ ਕੱਢਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਪੈਦਲ ਹਜ਼ਾਰਾਂ ਮੀਲਾਂ ਦਾ ਸਫ਼ਰ ਆਰੰਭਿਆ ਸੀ। ਸਤਿਗੁਰ ਜੀ ਦੇ ਦਿਲ ਵਿੱਚ ਰਵਿਦਾਸ ਜੀ ਦੇ ਬਚਨਾਂ ਲਈ ਕਦਰ ਪੈਦਾ ਹੋਣੀ ਇੱਕ ਕੁਦਰਤੀ ਗੱਲ ਸੀ। ਉਹਨਾਂ ਦੀ ਬਾਣੀ ਦਾ ਉਤਾਰਾ ਕਰਕੇ ਵੀ ਸਤਿਗੁਰ ਜੀ ਨੇ ਪੋਥੀ ਸਾਹਿਬ ਨੂੰ ਸਾਂਭ ਲਿਆ। ਭਗਤ ਰਵਿਦਾਸ ਜੀ ਨੇ ਭਗਤ ਰਾਮਾਨੰਦ ਜੀ ਤੋਂ ਦੀਖਿਆ ਲਈ ਸੀ। ਰਾਮਾਨੰਦ ਜੀ ਜਾਤ ਦੇ ਬ੍ਰਾਹਮਣ ਸਨ। ਇਹਨਾਂ ਦਾ ਜਨਮ ਪ੍ਰਯਾਗ ਸੰਮਤ 1423 ਵਿੱਚ ਹੋਇਆ ਸੀ। ਮਾਪਿਆਂ ਨੇ ਨਾਮ ਰਾਮਦੱਤ ਰੱਖਿਆ ਸੀ। ਸਵਾਮੀ ਰਾਮਾਨੁਜ ਦੀ ਸੰਪਰਦਾਏ ਦੇ ਪ੍ਰਸਿੱਧ ਪ੍ਰਚਾਰਕ ਰਾਘਵਾਨੰਦ ਦੇ ਇਹ ਚੇਲੇ ਬਣ ਗਏ ਸਨ ਤੇ ਇਹਨਾਂ ਦਾ ਨਾਮ ਰਾਮਾਨੰਦ ਮਸ਼ਹੂਰ ਹੋ ਗਿਆ ਸੀ। ਕਾਂਸੀ ਵਿੱਚ ਗੰਗਾ ਦੇ ਪੰਚਾਂਗ ਘਾਟ ਤੇ ਰਹਿ ਕੇ ਰਾਮਾਨੰਦ ਜੀ ਨੇ ਬਹੁਤ ਧਰਮ ਪ੍ਰਚਾਰ ਕੀਤਾ ਸੀ। ਕਾਂਸੀ ਵਿੱਚ ਹੀ ਇਹਨਾਂ ਦਾ ਦੇਹਾਂਤ ਸੰਮਤ 1524 ਵਿੱਚ ਹੋਇਆ ਸੀ। ਰਾਮਾਨੰਦ ਜੀ ਨੇ ਮੂਰਤੀ ਪੂਜਾ ਦੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ਸੀ। ਪੱਥਰਾਂ, ਮੂਰਤੀਆਂ ਅਤੇ ਪਾਣੀ ਤੀਰਥ ਜਲ ਦੀ ਪੂਜਾ ਵੱਲੋਂ ਵਰਜ ਕੇ ਲੋਕਾਂ ਨੂੰ ਉਸ ਪਰਮਾਤਮਾ ਦੀ ਭਗਤੀ ਵੱਲ ਪ੍ਰੇਰਦੇ ਰਹੇ, ਜੋ ਸਭ ਦੇ ਅੰਦਰ ਵਸਦਾ ਹੈ, ਜੋ ਇਸ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਜੋ ਇਸ ਸ੍ਰਿਸ਼ਟੀ ਨੂੰ ਪਾਲਦਾ ਹੈ ਅਤੇ ਰਿਜ਼ਕ ਦਿੰਦਾ ਹੈ। ਭਗਤ ਰਾਮਾਨੰਦ ਜੀ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਬਨਾਰਸ ਤੋਂ ਲਿਆ ਸੀ। ਇਸ ਤੋਂ ਅਗਾਂਹ ਗੁਰਮੁਖਾਂ ਦੀ ਖੋਜ ਵਿੱਚ ਨਾਮ ਆਉਂਦਾ ਹੈ ਭਗਤ ਸੈਣ ਜੀ ਦਾ। ਕਬੀਰ ਜੀ ਅਤੇ ਰਵਿਦਾਸ ਜੀ ਵਾਂਗ ਭਗਤ ਸੈਣ ਜੀ ਨੇ ਵੀ ਰਾਮਾਨੰਦ ਜੀ ਤੋਂ ਸਿੱਖਿਆ ਲਈ ਸੀ। ਸੈਣ ਜੀ ਜਾਤ ਦੇ ਨਾਈ ਸਨ। ਰਿਆਸਤ ਰੀਵਾ ਦੇ ਰਾਜੇ ਰਾਜਾ ਰਾਮ ਦੇ ਸੇਵਕ। ਰੀਵਾ ਬਨਾਰਸ ਤੋਂ 100 ਕੁ ਮੀਲ ਦੀ ਵਿੱਥ ਤੇ ਦੱਖਣ ਪੱਛਮ ਪਾਸੇ ਹੈ।
ਸੈਣ ਜੀ ਦੀ ਕੁਲ ਦੇ ਲੋਕ ਹੁਣ ਵੀ ਰੀਵਾ ਵਿੱਚ ਵਸਦੇ ਹਨ। ਸੈਣ ਜੀ ਨੇ ਵੀ ਮੂਰਤੀ ਪੂਜਾ ਦੇ ਵਿਰੁੱਧ ਪ੍ਰਚਾਰ ਕੀਤਾ ਸੀ। ਉਹਨਾਂ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜੋ ਗੁਰੂ ਨਾਨਕ ਸਾਹਿਬ ਜੀ ਨੇ ਬਨਾਰਸ ਤੋਂ ਲਿਆ ਸੀ। ਭਗਤ ਸ਼੍ਰੇਣੀ ਵਿੱਚ ਭਗਤ ਪੀਪਾ ਜੀ ਦਾ ਨਾਮ ਵੀ ਪ੍ਰਸਿੱਧ ਹੈ। ਪੀਪਾ ਜੀ ਰਾਜਪੂਤਾਨੇ ਦੇ ਇੱਕ ਨਿੱਕੇ ਜਿਹੇ ਰਜਵਾੜੇ ਗਗਰੌਨ ਦੇ ਸਰਦਾਰ ਸਨ। ਗਗਰੌਨ ਰਾਜਸਥਾਨ ਪ੍ਰਾਂਤ ਦੇ ਪ੍ਰਸਿੱਧ ਜ਼ਿਲ੍ਹੇ ਕੋਟਾ ਤੋਂ 45 ਮੀਲ ਦੱਖਣ ਪੂਰਬ ਪਾਸੇ ਹੈ। ਮੱਧ ਭਾਰਤ ਦੇ ਸ਼ਹਿਰ ਗਵਾਲੀਅਰ ਤੋਂ ਦੱਖਣ ਪੱਛਮ ਪਾਸੇ ਰੇਲ ਦੀ ਇੱਕ ਛੋਟੀ ਲਾਈਨ ਸ਼ਿਵਪੁਰੀ ਤੱਕ ਆਉਂਦੀ ਹੈ। ਸ਼ਿਵਪੁਰੀ ਤੋਂ ਗਗਰੌਨ ਕੋਈ 65 ਕੁ ਮੀਲ ਦੱਖਣ ਪਾਸੇ ਹੈ। ਪੀਪਾ ਜੀ ਦਾ ਜਨਮ ਸੰਮਤ 1483 ਵਿੱਚ ਹੋਇਆ ਸੀ। ਪਹਿਲਾਂ ਇਹ ਦੁਰਗਾ ਦੇ ਭਗਤ ਸਨ। ਫਿਰ ਇਹਨਾਂ ਰਾਮਾਨੰਦ ਜੀ ਦਾ ਉਪਦੇਸ਼ ਧਾਰਨ ਕੀਤਾ। ਵੈਰਾਗ ਦਸ਼ਾ ਵਿੱਚ ਆਪਣੀ ਇਸਤਰੀ ਸੀਤਾ ਸਮੇਤ ਘਰ ਤਿਆਗ ਕੇ ਦੇਸ਼ ਰਟਨ ਅਤੇ ਧਰਮ ਪ੍ਰਚਾਰ ਵਿੱਚ ਹੀ ਸਾਰੀ ਉਮਰ ਬਿਤਾ ਦਿੱਤੀ। ਇਹਨਾਂ ਦਾ ਵੀ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜੋ ਗੁਰੂ ਨਾਨਕ ਦੇਵ ਜੀ ਨੇ ਬਨਾਰਸ ਤੋਂ ਹਾਸਲ ਕੀਤਾ ਸੀ। ਪੀਪਾ ਜੀ ਵੀ ਮੂਰਤੀ ਪੂਜਾ ਦੇ ਵਿਰੁੱਧ ਪ੍ਰਚਾਰ ਕਰਦੇ ਰਹੇ ਸਨ। ਇਸ ਤੋਂ ਉਪਰੰਤ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਨੇ ਗਿਆ ਦਾ ਰੁਖ ਕੀਤਾ। ਗਿਆ ਬਨਾਰਸ ਤੋਂ 125 ਮੀਲ ਪੂਰਬ ਪਾਸੇ ਹੈ। ਬਨਾਰਸ ਤੋਂ 25 ਕੁ ਮੀਲ ਪੂਰਬ ਵੱਲ ਜਾ ਕੇ ਉੱਤਰ ਪ੍ਰਦੇਸ਼ ਦੀ ਹੱਦ ਮੁੱਕ ਜਾਂਦੀ ਹੈ। ਅਗਾਂਹ ਬਿਹਾਰ ਪ੍ਰਾਂਤ ਸ਼ੁਰੂ ਹੋ ਜਾਂਦਾ ਹੈ। ਗਿਆ ਬਿਹਾਰ ਪ੍ਰਾਂਤ ਵਿੱਚ ਹੈ। ਇਹ ਨਗਰ ਹਿੰਦੂਆਂ ਦੀਆਂ 7 ਪਵਿੱਤਰ ਪੁਰੀਆਂ ਵਿੱਚੋਂ ਇੱਕ ਪੁਰੀ ਹੈ। ਫਲਗੂ ਨਦੀ ਦੇ ਕੰਢੇ ਤੇ ਇੱਥੇ ਪਿਤਰਾਂ ਦੀ ਗਤੀ ਲਈ ਹਿੰਦੂ ਸੱਜਣ ਪਿੰਡ ਦਾਨ ਕਰਦੇ ਹਨ। ਪਿੰਡ ਜਵਾਂ ਦੇ ਆਟੇ ਦੇ ਪੇੜੇ, ਜਿਸ ਬ੍ਰਾਹਮਣ ਦੀ ਖੇਚਲ ਤੇ ਮਿਹਨਤ ਨਾਲ ਇਹ ਪਿੰਡ ਪਿਤਰਾਂ ਤੱਕ ਪਹੁੰਚਦੇ ਹਨ, ਉਸ ਦੀ ਸੇਵਾ ਕਰਨੀ ਵੀ ਜ਼ਰੂਰੀ ਹੋ ਜਾਂਦੀ ਹੈ। ਸੋ ਸ਼ਰਧਾਲੂਆਂ ਦੀ ਆਵਾਜਾਈ ਦਾ ਸਦਕਾ ਗਿਆ ਦੇ ਪਾਂਡਿਆਂ ਦੀ ਆਜੀਵਕਾ ਬਹੁਤ ਸੌਖੀ ਚੱਲੀ ਆ ਰਹੀ ਸੀ। ਸ਼ਰਧਾਲੂਆਂ ਨੂੰ ਅਜਿਹੇ ਧਰਮ ਕਰਮਾਂ ਵੱਲ ਪ੍ਰੇਰਨ ਲਈ ਵਿਦਵਾਨ ਬ੍ਰਾਹਮਣਾਂ ਦੇ ਬਣਾਏ ਹੋਏ ਪੁਰਾਣ ਆਦਿਕ ਧਰਮ ਪੁਸਤਕ ਬੜੀ ਸਹਾਇਤਾ ਕਰਦੇ ਹਨ। ਗੁਰੂ ਨਾਨਕ ਸਾਹਿਬ ਜੀ ਸ਼ਿਵਰਾਤਰੀ ਵਾਲੇ ਦਿਨ ਫੱਗਣ ਬੱਧੀ 14 ਨੂੰ ਬਨਾਰਸ ਸਨ। ਸੰਨ 1509 ਦੀ 19 ਫਰਵਰੀ ਦੇ ਕਰੀਬ ਵੈਸਾਖੀ ਨੇੜੇ ਆ ਰਹੀ ਸੀ। ਬਨਾਰਸ ਤੋਂ ਗਿਆ ਵੱਲ ਚੱਲ ਪਏ। ਗਿਆ ਤੋਂ 100 ਕੁ ਮੀਲ ਪੱਛਮ ਤੋਂ ਬਿਹਾਰ ਪ੍ਰਾਂਤ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ ਦੇ ਲੋਕਾਂ ਨੂੰ ਹਰਿਦੁਆਰ ਨਾਲੋਂ ਗਿਆ ਬਹੁਤ ਨੇੜੇ ਪੈਂਦਾ ਹੈ। ਵੈਸਾਖੀ ਦੇ ਮੌਕੇ ਤੇ ਗਿਆ ਪਹੁੰਚ ਕੇ ਦਾਨ ਪੁੰਨ ਕਰਨ ਦੀ ਤਾਂਘ ਪਿੰਡ ਪਿੰਡ ਲੱਗ ਰਹੀ ਸੀ। ਗੁਰੂ ਨਾਨਕ ਸਾਹਿਬ ਜੀ ਨੇ ਬਨਾਰਸ ਤੋਂ ਚੱਲ ਕੇ 2.5-3 ਮੀਲਾਂ ਦਾ ਪੜਾਅ ਕਰਨਾ ਸ਼ੁਰੂ ਕਰ ਦਿੱਤਾ। ਹਰੇਕ ਪਿੰਡ ਵਿੱਚ ਆਪਣੇ ਰੋਜ਼ਾਨਾ ਕੀਰਤਨ ਦੀ ਰਾਹੀਂ ਲੋਕਾਂ ਨੂੰ ਸਮਝਾਉਣਾ ਸ਼ੁਰੂ ਕੀਤਾ। ਪਰਮਾਤਮਾ ਦਾ ਨਾਮ ਹੀ ਅਸਲੀ ਦੀਵਾ ਹੈ, ਜੋ ਮਨੁੱਖਾ ਜ਼ਿੰਦਗੀ ਦੇ ਰਸਤੇ ਵਿੱਚ ਚਾਨਣ ਕਰਦਾ ਹੈ। ਆਪ ਜੀ ਆਖਦੇ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ। ਦੁਨੀਆ ਵਾਲੇ ਦੁੱਖ ਪਾਪ ਜੋ ਮਨੁੱਖ ਨੂੰ ਸਦਾ ਵਾਪਰਦੇ ਰਹਿੰਦੇ ਹਨ, ਨਾਮ ਦੀ ਬਰਕਤ ਨਾਲ ਹੀ ਨਸ਼ਟ ਹੁੰਦੇ ਹਨ। ਪਿਤਰਾਂ ਨਿਮਿਤ ਪਿੰਡ ਭਰਾਉਣੇ ਛੱਡੋ, ਪਿੱਛੋਂ ਭੇਜੀਆਂ ਰੋਟੀਆਂ ਕਿਸੇ ਨੂੰ ਨਹੀਂ ਪਹੁੰਚਦੀਆਂ। ਜਿਉਂਦੇ ਬਜ਼ੁਰਗਾਂ ਦੀ ਸੇਵਾ ਕਰਿਆ ਕਰੋ ਤੇ ਪਰਮਾਤਮਾ ਦਾ ਭਜਨ ਕਰਿਆ ਕਰੋ। ਇਸ ਲੋਕ ਤੇ ਪਰਲੋਕ ਵਿੱਚ ਨਾਮ ਹੀ ਮਨੁੱਖ ਦੀ ਜ਼ਿੰਦਗੀ ਦਾ ਸਹਾਰਾ ਹੈ। ਤੀਰਥਾਂ ਦੇ ਜਲ ਨਾਲ ਸਰੀਰ ਧੋਤਿਆਂ ਮਨ ਦੀ ਪਵਿੱਤਰਤਾ ਨਹੀਂ ਹੋ ਸਕਦੀ। ਪਰਮਾਤਮਾ ਦੀ ਸਿਫਤ ਸਲਾਹ ਦੇ ਦਰਿਆ ਵਿੱਚ ਆਤਮਾ ਨੂੰ ਦਿਨ ਰਾਤ ਚੁੱਭੀ ਲਵਾਇਆ ਕਰੋ। ਵੇਖੋ ਕਿਸ ਤਰ੍ਹਾਂ ਮਨ ਸਦਾ ਉੱਜਲ ਰਹਿੰਦਾ ਹੈ। ਸਾਲ ਪਿੱਛੋਂ ਤੁਹਾਡੇ ਜਮਾਂ ਦੇ ਇਹਨਾਂ 4 ਪੇੜਿਆਂ ਨਾਲ ਪਿਤਰ ਕਿਤਨੇ ਕੁ ਦਿਨ ਗੁਜ਼ਾਰਾ ਕਰ ਸਕਣਗੇ। ਪਰਮਾਤਮਾ ਦੇ ਦਰ ਤੋਂ ਉਹਨਾਂ ਵਾਸਤੇ ਵੀ ਆਪਣੇ ਵਾਸਤੇ ਵੀ ਬਖਸ਼ਿਸ਼ ਦੀ ਦਾਤ ਮੰਗਿਆ ਕਰੋ, ਜੋ ਕਦੇ ਵੀ ਨਿਖੁੱਟਦੀ ਨਹੀਂ। ਸੰਨ 1509 ਦੀ ਵੈਸਾਖੀ 27 ਮਾਰਚ ਨੂੰ ਦਿਨ ਮੰਗਲਵਾਰ
ਭਾਈ ਮਰਦਾਨਾ ਤੇ ਸਤਿਗੁਰੂ ਜੀ ਵਿਸਾਖੀ ਸਮੇਂ ਗਇਆ ਪਹੁੰਚ ਗਏ। ਦੂਰੋਂ ਦੂਰੋਂ ਚੁਫੇਰਿਓਂ ਅਨੇਕਾਂ ਹਿੰਦੂ ਅੱਪੜੇ ਹੋਏ ਸਨ। ਮਰਦਾਨੇ ਦੀ ਰਬਾਬ ਦੇ ਖਿੱਚੇ ਲੋਕ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਇਕੱਠੇ ਹੋਏ ਤਾਂ ਉਹਨਾਂ ਉੱਥੇ ਵੀ ਸਭਨਾਂ ਨੂੰ ਕੀਰਤਨ ਦੀ ਰਾਹੀਂ ਮਨੁੱਖਾ ਸਰੀਰ ਦੀ ਅੰਤਮ ਕਿਰਿਆ ਬਾਰੇ ਸਹੀ ਰਸਤਾ ਸਮਝਾਇਆ। ਸੋ ਇਸ ਤਰ੍ਹਾਂ ਬ੍ਰਾਹਮਣਾਂ ਦੇ ਬਣਾਏ ਹੋਏ ਭਰਮ ਜਾਲ ਵਿੱਚੋਂ ਨਿਕਲ ਕੇ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਇੱਕ ਪਰਮਾਤਮਾ ਉੱਤੇ ਨਿਸ਼ਚਾ ਰੱਖਦੇ ਅਤੇ ਕੁਦਰਤ ਨਾਲ ਪਿਆਰ ਕਰਨ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।